ਰੂਪਧਾਰਾ ਭਾਗ 7ਵਾਂ। ਘਰ ਪੁੱਜਦਿਆਂ ਹੀ ਗੁਰਮੀਤ ਅਤੇ ਸਮੇਰ ਰੂਪ ਨੂੰ ਚੰਬੜ ਗਏ। ਉਹਨਾਂ ਦੋਹਾਂ ਨੂੰ ਬਾਹੀਂ ਚਾ ਲਿਆ। ਇਉਂ ਜਾਪਿਆ ਸੀ ਜਿਵੇਂ ਪਿਆਰ ਦੇ ਪਰ ਉੱਘ ਆਏ ਹਨ ਤੇ ਜ਼ਿੰਦਗੀ ਸਮੇਂ ਅਤੇ ਉਸਦੇ ਪੁਲਾੜ ਨੂੰ ਕਦੇ ਵੀ ਚੀਰ ਸਕਦੀ ਹੈ। ਪਿਆਰ ਕਿੰਨੀ ਸ਼ਕਤੀ ਰੱਖਦਾ ਹੈ, ਜਿਹੜਾ ਮੰਜ਼ਲਾਂ ਮਾਰਨ ਲਈ ਇਰਾਦੇ ਬਣਾਉਂਦਾ ਹੈ ਤੇ ਅਮਲ ਦੇ ਮਿੱਠੇ ਸੋਹਣੇ ਚੁੰਮਣਾਂ ਨਾਲ ਧਰਤੀ ਨੂੰ ਖੇੜਾ ਖੇੜਾ ਕਰ ਸੁੱਟਦਾ ਹੈ। ਫਿਰ ਰੂਪ ਨੇ ਆਪਣੀ ਬੇਜੀ ਨੂੰ ਜੱਫੀ ਵਿੱਚ ਘੁੱਟ ਲਿਆ। ਤੇਰੀ ਮੈਂ ਬੱਚੀ ਹਾਂ ਬੇਜੀ, ਤੂੰ ਮੈਨੂੰ ਪਿਆਰ ਦੇ ਤੇ ਉਹਨਾਂ ਪਿਆਰ ਦੇ ਜਿੰਨੀਆਂ ਰੀਝਾਂ ਨਾਲ ਤੂੰ ਮੈਨੂੰ ਜਵਾਨ ਕੀਤਾ ਹੈ। ਰੂਪ, ਤੂੰ ਸੱਚ ਨਹੀਂ ਮੰਨਣਾ, ਤੇਰੇ ਵੱਲੋਂ ਮੇਰੀ ਆਤਮਾ ਕਿੰਨੀ ਸ਼ਾਂਤ ਤੇ ਸੁਖੀ ਹੈ। ਮਾਲਣ ਨੇ ਰੂਪ ਦਾ ਹੱਥ ਚੁੰਮ ਲਿਆ। ਬੂੜ ਸਿੰਘ ਲਈ ਉਮਰ ਗੁਜ਼ਰ ਜਾਣ ਪਿੱਛੋਂ ਵੀ ਇਹ ਪਿਆਰ ਸੰਬੰਧ ਇੱਕ ਉਪਰਾ ਨਾਟਕ ਸੀ। ਸਤਵੰਤ ਦਾ ਸੁੱਖ ਸੁਨੇਹਾ ਆਇਆ ਕੋਈ? ਰੂਪ ਨੇ ਭੈਣ ਦਾ ਹਾਲ ਚਾਲ ਪੁੱਛਣਾ ਆਪਣਾ ਫਰਜ਼ ਸਮਝਿਆ। ਸਾਰੇ ਖੁਸ਼ ਹਨ, ਤੇਰੇ ਬਾਪੂ ਜੀ ਵੀ ਮਿਲ ਆਏ ਨੇ। ਮੈਂ ਉਸ ਨੂੰ ਚਿੱਠੀ ਲਿਖ ਕੇ ਮੰਗਵਾਉਂਦੀ ਹਾਂ। ਰੂਪ ਦੇ ਮਨ ਚੋਂ ਚਿਰ ਹੋਇਆ ਹਰ ਤਰ੍ਹਾਂ ਦੀ ਦਵੈਤ ਭਾਵਨਾ ਨਿਕਲ ਗਈ ਸੀ। ਰੂਪ ਦੇ ਆਉਣ ਨਾਲ ਘਰ ਦੀ ਰੂਹ ਖਿੜ ਪਈ। ਬੀਜੀ, ਹੁਣ ਤੈਨੂੰ ਜਾਣ ਨਹੀਂ ਦੇਣਾ। ਗੁਰਮੀਤ ਨੇ ਸੰਤਰਾ ਪਾੜਦਿਆਂ ਨਹੋਰੇ ਨਾਲ ਆਖਿਆ। ਮਾਂ ਵਾਰੀ ਜਾਵੇ, ਮੈਂ ਤਾਂ ਕਦੇ ਵੀ ਨਾ ਪਰਾਂ ਹੋਵਾਂ ਆਪਣੇ ਫੁੱਲਾਂ ਤੋਂ। ਰੂਪ ਨੇ ਪੁੰਜੇ ਬਹਿ ਕੇ ਗੁਰਮੀਤ ਨੂੰ ਬਾਹਾਂ ਵਿੱਚ ਲੈ ਲਿਆ। ਗੁਰਮੀਤ ਸੰਤਰੇ ਦੀ ਫਾੜੀ ਰੂਪ ਦੇ ਮੂੰਹ ਵਿੱਚ ਦੇ ਦਿੱਤੀ। ਸੰਤਰੇ ਦਾ ਰਸ ਪਿਆਰ ਉਸ ਦੀ ਰੂਹ ਵਿੱਚ ਉਤਰ ਗਿਆ। ਬੱਚਿਆਂ ਦੇ ਪਿਆਰ ਵਰਗੀ ਤਸਕੀਨ ਇੱਕ ਨਾਂ ਲਈ ਖੁਦਾ ਕੋਲ ਕੋਈ ਨਹੀਂ। ਰੂਪ ਦਾ ਅੰਗ ਅੰਗ ਖੁਦਾਈ ਵਿਸਮਾਦ ਵਿੱਚ ਪਿਆਰ ਪਿਆਰ ਹੋਇਆ ਪਿਆ ਸੀ। ਉਸ ਦੀ ਭੁੱਖੀ ਰੂਹ ਤੇ ਬੇਕਰਾਰ ਧੜਕਣ ਚੈਨ ਚੁੰਮਣਾ ਨਾਲ ਖੀਵੀ ਸੀ। ਬੇਜੀ, ਜਿਸ ਬੂਟੇ ਨੂੰ ਤੂੰ ਆਪਣਾ ਲਹੂ ਪਸੀਨਾ ਦੇ ਕੇ ਪਾਲਿਆ ਸੀ, ਉਹ ਅੱਜ ਫੁੱਲਾਂ ਤੋਂ ਫਲਾਂ ਤੇ ਆ ਗਿਆ ਹੈ। ਰੂਪ ਮਿੱਟੀਆਂ ਅੱਖਾਂ ਨਾਲ ਆਖੀ ਹੀ ਜਾ ਰਹੀ ਸੀ। ਦਿਨ ਦੂਰ ਨਹੀਂ ਜਦ ਤੇਰੀਆਂ ਮਿਹਨਤਾਂ ਬਰ ਆ ਜਾਣ। ਜਿੰਨਾ ਚਿਰ ਤੂੰ ਇਸ ਬੂਟੇ ਦਾ ਫਲ ਨਹੀਂ ਖਾਂਦੀ, ਮੇਰੀ ਰੂਹ ਨੂੰ ਕਦੇ ਤ੍ਰਿਪਤੀ ਨਹੀਂ ਮਿਲੇਗੀ। ਧੀਏ, ਮੈਂ ਕੀ ਕਰਨਾ ਸੀ? ਮੋਹ ਕਰਵਾਉਂਦਾ ਏ ਕੁਝ ਕਰਮ। ਫਿਰ ਜਿਸ ਤੇ ਰੱਬ ਦਾ ਹੱਥ ਹੋਵੇ, ਗੱਲ ਸਿਰੇ ਚੜ ਜਾਂਦੀ ਹੈ। ਮਾਲਣ ਅੱਜ ਵੀ ਰੱਬ ਦੀ ਸ਼ੁਕਰਗੁਜ਼ਾਰ ਸੀ। ਬੇਜੀ, ਬੰਦਾ ਇਰਾਦਾ ਧਾਰ ਕੇ ਕੁਝ ਕਰੇ ਤਾਂ ਰੱਬ ਵੀ ਬਰਕਤ ਪਾ ਸਕਦਾ ਹੈ। ਮਾਲਣ ਨੂੰ ਕੁਝ ਯਾਦ ਆ ਗਿਆ। ਸੱਚ, ਕੱਲ ਦੀ ਕੇਸਰ ਦੀ ਚਿੱਠੀ ਆਈ ਪਈ ਹੈ। ਮਾਲਣ ਨੇ ਉੱਠ ਕੇ ਅਲਮਾਰੀ ਖੋਲੀ। ਰੂਪ ਇੱਕਦਮ ਬੱਚਿਆਂ ਵਿੱਚੋਂ ਨਿਕਲ ਕੇ ਮਾਲਣ ਦੀ ਅਲਮਾਰੀ ਅੱਗੇ ਆ ਖੜੋਤੀ। ਖੁਸ਼ੀ ਦੀ ਲਹਿਰ ਨੇ ਉਸਦੀ ਜ਼ਿਲਦ ਚਮਕਣ ਲਾ ਦਿੱਤੀ। ਕੋਈ ਖੁਸ਼ੀ ਹੁਣ ਬੇਜੀ ਤੋਂ ਲੁਕਾਉਣ ਦਾ ਸਵਾਲ ਪੈਦਾ ਨਹੀਂ ਹੁੰਦਾ ਸੀ। ਲਹੂ ਦੀ ਤੇਜ਼ ਰੌਂ ਨੇ ਉਂਗਲਾਂ ਦੇ ਸੰਨਾਂ ਵਿੱਚ ਜਲੂਣਾ ਛੇੜ ਦਿੱਤੀਆਂ। ਹੱਥ ਲੈ ਕੇ ਉਹ ਮੰਜੇ ਤੇ ਆ ਬੈਠੀ। ਸਮੇਰ ਨੇ ਸੰਤਰੇ ਲਿਬੜੇ ਹੱਥੀਂ ਉਸ ਨੂੰ ਆ ਘੇਰਿਆ। ਬੀਜੀਏ, ਹੋਰ ਦੇ। ਉਹ ਸੰਤਰਾ ਲੈਣ ਲਈ ਅੜ ਗਿਆ। ਆਹ ਦੇਖ ਕਾਕੇ, ਤੇਰੇ ਪਿਤਾ ਜੀ ਦਾ ਖੱਤ। ਰੂਪ ਨੇ ਕੱਪੜੇ ਬਚਾਉਣ ਲਈ ਸਮੇਰ ਨੂੰ ਇੱਕ ਪਾਸੇ ਕਰ ਦਿੱਤਾ। ਨਹੀਂ ਹੋਰ। ਉਹ ਰੋਣ ਲੱਗ ਪਿਆ। ਗੋਲਾ ਮੁੰਡਾ ਨਾ ਹੋਵੇ, ਉਸ ਗੁਰਮੀਤ ਵੱਲ ਧੱਕਦਿਆਂ ਕਿਹਾ। ਇਹਨੂੰ ਟੋਕਰੀ ਚੋਂ ਹੋਰ ਕੱਢ ਦੇ। ਮੈਂ ਵੀ ਲਊਂਗੀ। ਗੁਰਮੀਤ ਤੇ ਸਮੇਰ ਸੰਤਰਿਆਂ ਦੀ ਟੋਕਰੀ ਉਦਾਲੇ ਹੋ ਗਏ। ਰੂਪ ਨੇ ਇੱਕ ਮਨ ਹੋ ਕੇ ਧੜਕਦੇ ਦਿਲ ਨਾਲ ਚਿੱਠੀ ਪੜ੍ਹਨੀ ਸ਼ੁਰੂ ਕਰ ਦਿੱਤੀ। ਪਿਆਰੀ ਰੂਪ, ਆਸ ਹੈ ਇਮਤਿਹਾਨ ਖਤਮ ਹੋ ਗਿਆ ਹੋਵੇਗਾ।
ਤੇ ਮੈਂ ਇਸੇ ਲਈ ਨੂਰਪੁਰ ਨੂੰ ਚਿੱਠੀ ਪਾ ਰਿਹਾ ਹਾਂ। ਪਰਚੇ ਕਿਸ ਤਰ੍ਹਾਂ ਦੇ ਹੋਏ ਹਨ? ਮੁੜਦੀ ਡਾਕ, ਪਤਾ ਭੇਜਣਾ। ਜੇ ਤੂੰ ਪਾਸ ਹੋ ਗਈ, ਇਹ ਯਕੀਨਨ ਅਚੰਭੇ ਵਾਲੀ ਗੱਲ ਹੋਵੇਗੀ। ਬਿਲਕੁਲ ਤੇਰੇ ਇਰਾਦਿਆਂ ਦੀ ਜ਼ਿੱਦ। ਇਹ ਮੈਂ ਮੰਨਦਾ ਹਾਂ ਕਿ ਤੇਰੀ ਸਵੈ ਭਰੋਸਾ ਮੇਰੇ ਨਾਲੋਂ ਬਲਵਾਨ ਹੈ। ਅੱਜ ਕੱਲ੍ਹ ਇੱਕ ਗਰੇਵਾਲ ਸੂਬੇਦਾਰ ਮੇਰੇ ਉੱਤੇ ਕਾਫੀ ਮਿਹਰਬਾਨ ਹੋਇਆ ਹੈ। ਉਸ ਵਾਅਦਾ ਕੀਤਾ ਹੈ ਕਿ ਕੇਸ ਦਾ ਹਫ਼ਤੇ 10 ਦਿਨਾਂ ਅੰਦਰ ਮਨਮਰਜ਼ੀ ਦਾ ਫੈਸਲਾ ਕਰਵਾ ਦੇਵੇਗਾ। ਮੈਂ ਉਸ ਨੂੰ 2 ਵਾਰ ਪਿਆ ਚੁੱਕਾ ਹਾਂ। ਦਿਲ ਗੁਲਾਮੀ ਕਰਨ ਨੂੰ ਮੰਨਦਾ ਤਾਂ ਨਹੀਂ ਸੀ, ਪਰ ਇਸ ਸਮਾਜ ਵਿੱਚ ਕੁਝ ਕੰਮ ਹੀ ਇਸ ਤਰ੍ਹਾਂ ਚੱਲਦਾ ਹੈ। ਮੈਂ ਇਹ 4 ਮਹੀਨੇ ਤੁਹਾਥੋਂ ਬਿਨਾਂ ਕਿਸ ਤਰ੍ਹਾਂ ਨਰਕਦੇ ਹੀ ਕੱਟੇ ਹਨ। ਤੇਰੇ ਕੋਲ ਬੱਚੇ ਹਨ, ਮਾਪੇ ਹਨ, ਜੀ ਲੱਗ ਜਾਂਦਾ ਹੋਵੇਗਾ। ਪਰ ਮੈਂ ਡਾਲਾਂ ਛਾਂਗੇ ਰੁੱਖ ਵਾਂਗ ਰੁੱਤ ਪਰਤਨ ਦਾ ਉਡੀਕਵਾਨ ਹਾਂ। ਤਲੰਗੇ ਫੌਜੀਆਂ ਨਾਲ ਗੱਪ ਗਿਆਨ ਕਰਕੇ ਦਿਨ ਲੰਘਾਉਣ ਦੀ ਆਦਤ ਪਾ ਲਈ ਹੈ। ਮੇਰਾ ਹੁਣ ਮਿਲਣ ਨੂੰ ਬੜਾ ਜੀ ਕਰਦਾ ਹੈ। ਜੇਕਰ ਛੁੱਟੀ ਮਨਜ਼ੂਰ ਹੋ ਗਈ ਤੇ ਮੈਂ ਬਿਨਾਂ ਇਤਲਾਹ ਕੀਤੇ ਹੀ ਨੱਸ ਆਉਣਾ ਹੈ। ਗੁਰਮੀਤ ਅਤੇ ਸਮੇਰੇ ਨੂੰ ਮੇਰਾ ਕੁੱਟ-ਕੁੱਟ ਕੇ ਪਿਆਰ ਦੇਣਾ, ਸਮੇਰ ਦੇ ਇੱਕ ਚਪੇੜ ਵੀ ਮਾਰ ਦੇਣੀ, ਬੱਚਿਆਂ ਦਾ ਖਿਆਲ ਰੱਖਣਾ, ਬੇਜੀ ਨੂੰ ਸਿਰ ਨਵਾ ਕੇ ਸਤਿ ਸ੍ਰੀ ਅਕਾਲ। ਤੇਰੇ ਖਾਦਾ ਉਡੀਕਵਾਨ ਕੇਸਰ। ਖਤ ਪੜ੍ਹਨ ਪਿੱਛੋਂ ਮੁਸਕਰਾਉਂਦੀ ਰੂਪ ਨੇ ਆਖਿਆ, ਬੇਜੀ ਤੇਰੇ ਪੁੱਤ ਨੇ ਸਿਰ ਨਵਾ ਕੇ ਸਤਿ ਸ੍ਰੀ ਅਕਾਲ ਭੇਜੀ ਹੈ। ਫਿਰ ਉਸ ਸਮੇਰ ਵੱਲ ਮੂੰਹ ਕਰ ਲਿਆ। ਸਮੇਰਿਆ, ਉਰੇ ਆ, ਤੇਰੇ ਪਿਓ ਦਾ ਪਿਆਰ ਦੇਵਾਂ। ਸਮੇਰ ਨਾਲ ਨੱਚਦੀ ਨੱਚਦੀ ਗੁਰਮੀਤ ਵੀ ਆ ਗਈ। ਰੂਪ ਨੇ ਦੋਹਾਂ ਦੀਆਂ ਪਿਆਰ ਨਾਲ ਗੱਲਾਂ ਥਾਪੜੀਆਂ। ਬੀਜੀ ਕਦੋਂ ਆਉਣਗੇ ਪਿਤਾ ਜੀ? ਗੁਰਮੀਤ ਗੱਲ ਨਾਲ ਲਮਕ ਗਈ, ਬਹੁਤ ਛੇਤੀ। ਰੂਪ ਨੇ ਇੱਕ ਲੰਮਾ ਹੌਂਕਾ ਭਰਿਆ ਤੇ ਆਪਣੇ ਆਪ ਨੂੰ ਬੱਚੇ ਦੇ ਪਿਆਰ 'ਚ ਗੁੰਨ ਸੁੱਟਿਆ। ਹਰ ਪਿਆਰ ਆਪਣੀ ਥਾਂ ਅਜਿਹਾ ਜ਼ਬਰਦਸਤ ਹਮਲਾ ਹੈ ਜਿਸ ਅੱਗੇ ਲੁਕਮਾਨ ਦਾ ਜ਼ਬਤ ਵੀ ਟੁੱਟੇ ਬਿਨਾਂ ਨਹੀਂ ਰਹਿ ਸਕਦਾ। ਫਿਰ ਉਸ ਰੂਹ ਦਾ ਪਿਆਰ ਜਿਹੜੀ ਪ੍ਰੇਮੀ ਪਤੀ ਤੇ ਪਿਓ ਵਰਗੀਆਂ ਮਹਿਕਾਰਾਂ ਨਾਲ ਭਰੀ ਹੋਵੇ। ਰੂਪ ਬੈਠਕ ਵਿੱਚ ਆ ਕੇ ਖਤ ਲਿਖਣ ਬੈਠ ਗਈ। ਪਿਆਰੇ ਸਰਦਾਰ ਜੀ, ਇਹਨਾਂ 4 ਮਹੀਨਿਆਂ ਵਿੱਚ ਇੱਕ ਵੀ ਅਜਿਹੀ ਰਾਤ ਨਹੀਂ ਬੀਤੀ ਜਿਸ ਵਿੱਚ ਤੁਹਾਡੇ ਸੁਪਨੇ ਦਾ ਚੰਨ ਨਹੀਂ ਚੜ੍ਹਿਆ। ਦਿਨੇ ਮੈਂ ਆਪ ਜਾਣ ਕੇ ਤੁਹਾਨੂੰ ਭੁਲਾਈ ਰੱਖਿਆ ਸੀ। ਜਿਸ ਤਰ੍ਹਾਂ ਨਾ ਕਰਦੀ ਤਦ ਪੜ੍ਹਨਾ ਮੁਸ਼ਕਲ ਸੀ। ਪਰ ਤੁਹਾਡੀ ਚਿੱਠੀ ਪੜ੍ਹ ਕੇ ਪਿਆਰ ਦਾ ਵਹਿਣ ਸਤਲੁਜ ਹੋ ਗਿਆ ਏ। ਜੇ ਛੁੱਟੀ ਮਿਲਦੀ ਹੈ, ਸੱਕੇ ਰੱਬ ਦੀ ਵੀ ਇੰਤਜ਼ਾਰ ਨਾ ਕਰਿਓ। ਸਰਦਾਰ ਜੀ, ਬੱਚੇ ਆਪਣੀ ਥਾਂ ਹਨ, ਰੱਬ ਇਹਨਾਂ ਨੂੰ ਭਾਗ ਲਾਵੇ। ਪਰ ਜੇ ਬੱਚਿਆਂ ਨਾਲ ਹੀ ਸਰ ਜਾਂਦਾ ਤਦ ਰਾਤੀ ਰੂਹ ਹਾਣੀ ਲਈ ਕਦੇ ਨਾ ਤੜਪਦੀ। ਤੁਸੀਂ ਔਰਤ ਬਣਨਾ ਨਹੀਂ ਤੇ ਤੁਹਾਨੂੰ ਦਿਲ ਚੀਰਵੇਂ ਦੁੱਖ ਦਾ ਅਨੁਭਵ ਹੋਣਾ ਨਹੀਂ। ਜਿਹੜਾ ਦਿਲ ਇਸ ਵੇਲੇ ਤੁਹਾਡੇ ਲਈ ਉਛਲ ਪੈਂਦਾ ਏ, ਉਸ ਬਾਰੇ ਮੈਂ ਕਿਵੇਂ ਲਿਖਾਂ? ਕਦੇ ਭਟਕਣਾ ਵੀ ਲਿਖੀ ਗਈ ਏ। ਜਿਸ ਨਾਲ ਬੀਤੇ ਉਹੀ ਜਾਣੇ। ਬੱਚਿਆਂ ਦੀ ਸਿਹਤ ਬਿਲਕੁਲ ਠੀਕ ਹੈ। ਸਮੇਰ ਨੂੰ ਜਾੜਾ ਕੱਢਣ ਸਮੇਂ ਥੋੜੀ ਤਕਲੀਫ ਹੋਈ ਸੀ, ਹੁਣ ਤੰਦਰੁਸਤ ਹੈ। ਦੂਜੇ ਹੱਥ ਬੰਨ੍ਹ ਕੇ ਬੇਨਤੀ ਜ਼ਰੂਰ ਕਰਾਂਗੀ, ਜੇ ਮੰਨੋ ਬਸ ਇਸ ਸ਼ਰਾਬ ਪਾਪਣ ਤੋਂ ਦੂਰ ਹੀ ਰਹਿਣਾ। ਤੁਹਾਡੀ ਇਸ ਚਿੱਠੀ 'ਚੋਂ ਸ਼ਰਾਬ ਦੀ ਬੋ ਆਉਂਦੀ ਸੀ। ਇਹ ਚੰਦਰੀ ਜੇ ਪਿੱਛੇ ਪੈ ਗਈ, ਸਾਰੀਆਂ ਉਮੀਦਾਂ ਬਸ ਮਿੱਟੀ ਹੀ ਸਮਝੋ। ਫਿਰ ਨਿਆਣੇ ਤਾਂ ਹੋ ਹੀ ਨਹੀਂ, ਬਹੁਤਾ ਕੀ ਲਿਖਾਂ। ਜੇ ਛੁੱਟੀ ਲੈ ਕੇ ਆ ਸਕੂੰ, ਇਸ ਤੋਂ ਚੰਗਾ ਸੁਭਾਗ ਹੋਰ ਕੀ ਹੋ ਸਕਦਾ ਹੈ। ਸ਼ਾਇਦ ਤੁਹਾਡੇ ਸਾਥ ਦਾ 1 ਮਹੀਨਾ ਪੂਰੇ ਵਰ੍ਹੇ ਦਾ ਵਿਛੋੜਾ ਝੱਲਣ ਜੋਗੀ ਕਰ ਦੇਵੇ। ਅੱਛਾ, ਬਾਏ ਬਾਏ। ਆਪ ਜੀ ਦੀ ਚਰਨਦਾਸੀ ਜਗਰੂਪ ਕੌਰ। ਚਿੱਠੀ ਲਿਖ ਕੇ ਉਹ ਹੌਲੀ ਹੋ ਗਈ। ਜਜ਼ਬਾਤ ਦੇ ਰਿੜਕੇ ਜਾਣ ਪਿੱਛੋਂ ਪਿਆਰ ਦਾ ਮੱਖਣ ਉੱਤੇ ਆ ਗਿਆ ਸੀ ਤੇ ਰੂਪ ਦਾ ਮੂੰਹ ਮੁਸਕਾਣਾ ਵੰਡਦਾ ਸੂਰਜ ਬਣਿਆ ਹੋਇਆ ਸੀ।
ਹਰਨੇਕ ਅੱਗੇ ਪਿੱਛੇ ਲੰਘਦਾ ਰੂਪ ਨੂੰ 2 ਵਾਰ ਤਾੜ ਚੁੱਕਾ ਸੀ, ਪਰ ਉਸ ਨੂੰ ਆਖਣ ਦੀ ਜ਼ਰੂਰਤ ਨਹੀਂ ਪਈ। ਹੁਣ ਉਹ ਰੂਪ ਨੂੰ ਪ੍ਰਸੰਨ ਵੇਖ ਕੇ ਬੈਠਕ ਵਿੱਚ ਆ ਗਿਆ। ਭੈਣ ਜੀ, ਰੁਪਏ 10 ਟਰੱਕ ਦੇ ਕਿਰਾਏ ਦੇ ਦੇਣੇ ਨੇ। ਹਰੇਕ 10 ਤੋਂ ਵੱਧ ਆਖਣ ਦਾ ਜੇਰਾ ਨਾ ਕਰ ਸਕਿਆ। ਕਿਰਾਏ ਦੇ? ਰੂਪ ਦੇ ਦਿਮਾਗ ਨੂੰ ਹੈਰਾਨੀ ਚੜ੍ਹ ਗਈ। ਉਸ ਖਿਆਲ ਕੀਤਾ ਸੀ ਟਰੱਕ ਮੁਫਤ ਵਿੱਚ ਲੈ ਕੇ ਆਇਆ ਏ। ਉਸ ਹਰਨੇਕ ਨੂੰ ਤਾਲਵੀਆਂ ਨਜ਼ਰਾਂ ਨਾਲ ਵੇਖਿਆ। ਹਰਨੇਕ ਦੀ ਨੀਵੀਂ ਪਾਈ ਹੋਈ ਸੀ। ਰੂਪ ਦੇ ਮਨ ਵਿੱਚ ਜੈਬੂ ਦੇ ਟਰੱਕ ਵਿੱਚ ਆਉਣਾ ਚੁਭਦਾ ਰਿਹਾ ਸੀ ਤੇ ਮੁਫਤ ਆਉਣ ਨੇ ਉਸ ਦੀ ਜ਼ਮੀਰ ਨੂੰ ਮੈਲਾ ਕਰ ਸੁੱਟਿਆ ਸੀ। ਉਹ ਮਜਬੂਰੀਆਂ 'ਚ ਜਕੜੀ ਉਦੋਂ ਕੁਝ ਨਹੀਂ ਕਰ ਸਕੀ ਸੀ, ਪਰ ਹੁਣ ਹਰਨੇਕ ਦੇ ਕਿਰਾਇਆ ਮੰਗ ਲੈਣ ਨੇ ਉਸ ਦੇ ਸਵੈਮਾਨ ਨੂੰ ਮੁੜ ਆਪਣੇ ਸਹੀ ਟਿਕਾਣੇ ਤੇ ਲੈ ਜਾਂਦਾ। ਤੂੰ ਮੈਨੂੰ ਉਦੋਂ ਕਿਉਂ ਨਾ ਦੱਸਿਆ? ਮੈਂ ਉੱਥੇ ਹੀ ਫਾਹਾ ਵੱਢ ਦਿੰਦੀ। ਉੱਥੇ ਉਸ 10 ਨਾਲ ਮੰਨਣਾ ਨਹੀਂ ਸੀ ਤੇ ਮੈਂ ਮਿਥਲੀ ਸੀ। 10 ਤੋਂ ਵੱਧ ਮੈਂ ਧੇਲਾ ਨਹੀਂ ਦੇਣਾ। ਹਰਨੇਕ ਸਵਾਲ ਤੋਂ ਵੀ ਪਹਿਲਾਂ ਉੱਤਰ ਸੋਚੀ ਖਲੋਤਾ ਸੀ। ਰੂਪ ਨੇ 10 ਦਾ ਨੋਟ ਹਰਨੇਕ ਨੂੰ ਦਿੱਤਾ ਅਤੇ ਆਪਣੇ ਵੱਲੋਂ ਸੁਰਖਰੂ ਹੋ ਗਈ। ਇਹਨਾਂ ਰੁਪਈਆਂ ਨੇ ਰਾਤ ਨੂੰ ਇੱਕ ਨਵਾਂ ਹੀ ਚੰਦ ਚਾੜ ਦਿੱਤਾ। ਹਰਨੇਕ ਨਜਾਇਜ਼ ਸ਼ਰਾਬ ਦੀ ਕਿਤੋਂ ਬੋਤਲ ਲੈ ਆਇਆ। ਦੋਹਾਂ ਪਿਓ ਪੁੱਤਾਂ ਨੇ ਸਾਂਝੀ ਪੀਣੀ ਸ਼ੁਰੂ ਕਰ ਦਿੱਤੀ। ਜਦ ਚੰਗੀ ਲੋਰ ਆ ਗਈ, ਬੂੜ ਸਿੰਘ ਨੇ ਹਰਨੇਕ ਨੂੰ ਘਰੋਂ 80 ਰੁਪਏ ਕੱਢ ਲੈਣ ਬਾਰੇ ਪੁੱਛਿਆ। ਉਹ ਸਾਫ਼ ਮੁੱਕਰ ਗਿਆ। ਬੂੜ ਸਿੰਘ ਨਸ਼ਾ ਪੀ ਕੇ ਹਮੇਸ਼ਾ ਤਕੜਾ ਹੋ ਜਾਂਦਾ ਸੀ। ਅੱਜ ਕੱਲ੍ਹ ਬੂੜ ਦਾ ਪੈਨਸ਼ਨ ਨਾਲ ਗੁਜ਼ਾਰਾ ਨਹੀਂ ਹੁੰਦਾ ਸੀ। ਉਹ 4 ਪੈਲੀਆਂ ਗਹਿਣੇ ਪਾ ਦਿੱਤੀਆਂ ਸਨ, ਇਸੇ ਲਈ 80 ਰੁਪਏ ਉਸ ਨੂੰ ਰੜਕਦੇ ਸਨ। ਹਰਨੇਕ ਦੇ ਮੁੱਕਰ ਜਾਣ ਤੇ ਬੂੜ ਸਿੰਘ ਕਰੜਾ ਹੋ ਗਿਆ ਤੇ ਗੱਲ ਵੱਧਦੀ ਗਈ। ਬੂੜ ਸਿੰਘ ਨੇ ਗਾਲ ਕੱਢਦਿਆਂ ਥੱਪੜ ਜੜ ਦਿੱਤਾ। ਮੁੰਡੇ ਨੇ ਬੋਤਲ ਚੁੱਕ ਕੇ ਮੱਥੇ ਮਾਰੀ ਤੇ ਨਾਲ ਹੀ ਲਹੂ ਵਗ ਪਿਆ। ਬੂੜ ਸਿੰਘ ਨੇ 2-3 ਪਟਾਕੇ ਹੋਰ ਪਾ ਦਿੱਤੇ। ਹਰਨੇਕ ਨੇ ਖੁੱਲ੍ਹਾ ਖਾ ਲੈਣ ਪਿੱਛੋਂ ਗਾਲਾਂ ਦਿੰਦਿਆਂ ਡਾਂਗ ਚੁੱਕ ਲਈ। ਰੌਲਾ ਆਂਢੀਆਂ ਗੁਆਂਢੀਆਂ ਵੀ ਸੁਣ ਲਿਆ। ਰੂਪ ਨੇ ਹਰਨੇਕ ਨੂੰ ਬਾਹੋਂ ਫੜ ਕੇ ਖਿੱਚ ਲਿਆ। ਨੇਕਿਆ, ਤੈਨੂੰ ਸ਼ਰਮ ਨਹੀਂ ਆਉਂਦੀ? ਕੀ ਬਕੀ ਜਾਂਦਾ ਹੈ ਬਾਪੂ ਜੀ ਨੂੰ? ਬਾਪੂ ਨਹੀਂ ਥੱਕਦਾ। ਮੈਂ ਹਰਨੇਕ ਤੋਂ ਗੱਲ ਪੂਰੀ ਨਾ ਹੋਈ। ਬਾਪੂ ਨਹੀਂ ਬਕਦਾ। ਮੈਂ ਨੇਕ ਤੋਂ ਗੱਲ ਪੂਰੀ ਨਾ ਹੋਈ। ਮਾਲਣ ਨੇ ਅੱਗੇ ਆ ਕੇ ਰੂਪ ਨੂੰ ਹਰਨੇਕ ਤੋਂ ਵੱਖ ਕਰ ਦਿੱਤਾ ਤੇ ਹਰਨੇਕ ਨੂੰ ਬੂੜ ਸਿੰਘ ਵੱਲ ਧੱਕਦੀ ਹੋਈ ਬੋਲੀ, ਸ਼ਰਾਬ ਪੀਓ, ਗਾਲਾਂ ਕੱਢੋ, ਲੜੋ ਤੇ ਮਰੋ ਵੀ। ਤੁਸੀਂ ਤਾਂ ਧੀਆਂ ਭੈਣਾਂ ਦੀ ਵੀ ਲਾਹ ਧਰੀ। ਕੰਜਰਾਂ ਦਾ ਘਰ ਚੰਗਾ ਹੁੰਦਾ ਏ ਤੁਹਾਡੇ ਘਰ ਨਾਲੋਂ। ਕਿਵੇਂ ਪਿਓ ਪੁੱਤਾਂ ਨੇ ਰਲ ਕੇ ਜਾਇਦਾਦ ਨੂੰ ਲਾਂਬੂ ਲਾਇਆ ਏ। ਮਾਲਣ ਨੇ ਨੇਕ ਨੂੰ ਬੂੜੇ ਵੱਲ ਧੱਕਾ ਮਾਰਿਆ। ਤੁਹਾਡੇ ਨਿੱਤ ਤੱਕ ਕੰਜਰਖਾਨਾ ਮੁੱਕੇ, ਹੁਣ ਮਾਰਦਾ ਨਹੀਂ? ਗੁਆਂਢੀ ਕਿਸ਼ਨਾ ਹਰਨੇਕ ਨੂੰ ਬਾਹੋਂ ਫੜ ਕੇ ਬਾਹਰ ਲੈ ਗਿਆ। ਬੂੜ ਸਿੰਘ ਉਸੇ ਸ਼ਰਾਬ ਦਾ ਫੇਹਾ ਮੱਥੇ ਤੇ ਬੰਨਣ ਲੱਗ ਪਿਆ। ਇੱਕ ਸਾਤੇ ਪਿੱਛੋਂ ਰੂਪ ਨੂੰ ਕੇਸਰ ਵੱਲੋਂ ਤਾਰ ਮਿਲੀ। ਕੇਸ ਮੇਰੇ ਹੱਕ ਵਿੱਚ ਹੋ ਗਿਆ ਏ। ਇਸ ਖੁਸ਼ੀ ਭਰੀ ਖਬਰ ਨੇ ਉਸ ਦੀਆਂ ਧੁੰਦਲੀਆਂ ਰਾਹਾਂ ਰੌਸ਼ਨ ਕਰ ਦਿੱਤੀਆਂ। ਹਰ ਤਰ੍ਹਾਂ ਦੀਆਂ ਰੋਕਾਂ ਚੁੱਕੀਆਂ ਗਈਆਂ। ਉਹ ਮਾਲਣ ਅਤੇ ਬੱਚਿਆਂ ਨੂੰ ਨਾਲ ਲੈ ਕੇ ਫਿਰੋਜ਼ਪੁਰ ਗਈ। ਬੇਜੀ ਦੇ ਕੱਪੜੇ ਖਰੀਦੇ। ਬੱਚਿਆਂ ਲਈ ਨਵੇਂ ਫਰਾਕ, ਸਮੇਰ ਨੂੰ ਬੂਟ, ਬਾਪੂ ਜੀ ਲਈ ਪੱਗ ਤੇ ਹੋਰ ਉਸ ਕਿੰਨਾ ਕੁਝ ਹੀ ਖਰੀਦ ਲਿਆ। ਉਹ ਕੇਸਰ ਲਈ ਕੁਝ ਲੈਣਾ ਚਾਹੁੰਦੀ ਸੀ, ਪਰ ਕੋਈ ਵੀ ਚੰਗੀ ਚੋਣ ਨਾ ਕਰ ਸਕੀ। ਉਸ ਨੂੰ ਅੱਜ ਇੰਨੀ ਖੁਸ਼ੀ ਚੜ੍ਹੀ ਹੋਈ ਸੀ ਕਿ ਸਾਰਾ ਬਾਜ਼ਾਰ ਖਰੀਦ ਲੈਣਾ ਚਾਹੁੰਦੀ ਸੀ। ਬਾਜ਼ਾਰ 'ਚ ਉਸ ਨੂੰ ਤਾਰਾ ਮਿਲ ਪਿਆ। ਫਤਿਹ ਵਟਾਂਦਰੇ ਪਿੱਛੋਂ ਤਾਰੇ ਨੇ ਸਮੇਰ ਨੂੰ ਸਾਈਕਲ ਤੇ ਬਹਾ ਲਿਆ। ਰੂਪ ਨੇ ਤਾਰੇ ਨੂੰ ਦੱਸਿਆ, ਤੇਰਾ ਭਰਾ ਕੇਸ ਜਿੱਤ ਗਿਆ ਹੈ, ਤੂੰ ਕੋਈ ਚੀਜ਼ ਖਰੀਦ ਲੈ। ਪਰ ਤਾਰਾ ਭਾਬੀ ਦਾ ਖਰਚ ਕਰਵਾਉਣਾ ਨਾ ਮੰਨਿਆ। ਰੂਪ ਤਾਰੇ ਨੂੰ ਆਪਣੇ ਨਾਲ ਪਿੰਡ ਲਿਆਈ। ਉਸ ਦੀ ਇਹ ਨੂਰਪੁਰ ਵਿੱਚ ਹੱਥੀਂ ਬਣਾਈ ਸਭ ਤੋਂ ਚੰਗੀ ਰਾਤ ਸੀ। ਬੂੜ ਸਿੰਘ ਨੇ ਤੇ ਨੇਕ ਲਈ ਇਹ ਖੁਸ਼ੀ ਭਰੀ ਖਬਰ ਪੀਣ ਦਾ ਬਹਾਨਾ ਸੀ। ਤਾਰੇ ਨੂੰ ਰੂਪ ਨੇ ਉਹਨਾਂ 'ਚ ਬੈਠਣ ਹੀ ਨਾ ਦਿੱਤਾ। ਬੇਜੀ, ਰੂਪ ਅਤੇ ਤਾਰੇ ਦੀ ਬੱਚਿਆਂ ਸਮੇਤ ਵੱਖਰੀ ਢਾਣੀ ਸੀ। ਰੂਪ ਦੀ ਖੁਸ਼ੀ ਦਾ ਇਹ ਹਾਲ ਸੀ, ਉਸ ਕਿਸੇ ਤਰ੍ਹਾਂ ਦਾ ਵੀ ਸੋਚਣਾ ਛੱਡ ਦਿੱਤਾ ਸੀ। ਤਾਰਿਆ, ਘਰਦਿਆਂ ਨਾਲ ਮਿੱਠਾ ਪਿਆਰਾ ਹੋ ਕੇ ਪੜ੍ਹਨੋਂ ਨਾ ਹਟੀ।
ਨਹੀਂ ਭਾਬੀ, ਮੈਂ ਬਾਈ ਜੀ ਵਾਂਗ ਕਦੇ ਆਕੜਿਆ ਨਹੀਂ। 1 ਮਿੰਟ ਚੁੱਪ ਕਰ ਜਾਣ ਪਿੱਛੋਂ ਸੰਗਦਾ ਸੰਗਦਾ ਤਾਰਾ ਫਿਰ ਬੋਲ ਪਿਆ। ਤੇਜੋ ਆਪਣੀ ਭਤੀਜੀ ਦੇ ਸਾਕ ਬਾਰੇ ਘਰ ਚੋਰ ਪਾਈ ਫਿਰਦੀ ਏ ਤੇ ਮੈਂ ਹਾਲੇ ਪੜ੍ਹਨਾ ਹੈ। ਜੇ ਇਹ ਗੱਲ ਹੈ ਤਾਂ ਪੌੜਾ ਜ਼ਰੂਰ ਪਏਗਾ। ਰੂਪ ਬਿਨਾਂ ਸੋਚੇ ਕਹਿ ਗਈ, ਪਰ ਅੰਤਰੀਵ ਚਿੰਤਾ ਵਧਣ ਲੱਗ ਪਈ। ਪੌੜਾ ਕਾਹਦਾ ਏ? ਵਿਆਹ ਛੇਤੀ ਨਾ ਕਰਨਾ, ਮਾਲਣ ਨੇ ਆਪਣੀ ਰਾਏ ਦੇ ਦਿੱਤੀ। ਪਰ ਬੇਜੀ, ਸਾਕ ਹੋ ਜਾਣ ਪਿੱਛੋਂ ਤਾਰੇ ਦੀ ਕਿਸ ਪੁੱਛਣੀ ਹੈ? ਫਿਰ ਉਸ ਆਪਣੀ ਗੱਲ ਵਿੱਚ ਸਿਆਣਪ ਵੱਲ ਮੋੜ ਪਾਇਆ। ਤਾਰਿਆ, ਮੈਂ ਇੱਕ ਜਮਾਦਾਰ ਦੀ ਕੁੜੀ ਤੇਰੇ ਲਈ ਵੇਖੀ ਸੀ। ਜੇ ਕਦੇ ਉਹ ਰਿਸ਼ਤਾ ਹੋ ਜਾਵੇ, ਤੁਹਾਡੀ ਜ਼ਿੰਦਗੀ ਬਣ ਜਾਵੇ। ਤਾਰੇ ਦੇ ਦਿਲ ਨੂੰ ਉਤੇਜਿਤ ਕਰਦਿਆਂ ਰੂਪ ਨੇ ਆਪਣੇ ਪ੍ਰਭਾਵ ਦਾ ਵੀ ਅਹਿਸਾਸ ਕਰਵਾ ਦਿੱਤਾ। ਮੂੰਹੋਂ ਭਾਵੇਂ ਭਾਬੀ ਮੈਂ ਕੁਝ ਨਾ ਆਖਾਂ, ਪਰ ਤੇਜੋ ਦੀ ਭਤੀਜੀ ਵਾਲਾ ਸਾਕ ਤਾਂ ਮੈਂ ਉੱਕਾ ਨਹੀਂ ਲੈਣਾ। ਤਾਰੇ ਨੇ ਆਪਣਾ ਮਨ ਪ੍ਰਗਟ ਕਰ ਦਿੱਤਾ। ਤੂੰ ਭਾਵੇਂ ਖੂਹ ਸਿੱਟ, ਭਾਵੇਂ ਜਿੱਥੇ ਮਰਜੀ। ਤਾਰਿਆ, ਮੈਨੂੰ ਕੁੜੀ ਪਸੰਦ ਹੈ, ਬਾਕੀ ਸਾਰੀਆਂ ਗੱਲਾਂ ਇਸੇ ਵਿੱਚ ਆ ਜਾਂਦੀਆਂ ਹਨ। ਉਸ ਮਨ ਬਣਾ ਲਿਆ ਕਿ ਭਗਵੰਤ ਨਾਲ ਸਾਕ ਬਾਰੇ ਚਿੱਠੀ ਪੱਤਰ ਜ਼ਰੂਰ ਕਰਾਂਗੀ। ਤਾਰੇ ਨੂੰ ਹੱਥੀਂ ਸਾਕ ਕਰਵਾਉਣ ਨਾਲ ਘਰ ਵਿੱਚ ਰੂਪ ਦੀ ਤਾਕਤ ਤੇ ਧੜਾ ਵੱਧਦੇ ਸਨ। ਇਸ ਤਰ੍ਹਾਂ ਜਿਸ ਘਰੋਂ ਉਹ ਦੁਰਕਾਰੀ ਗਈ ਸੀ, ਉੱਥੇ ਹੈਂਕੜੀ ਨਾਲ ਰਹਿ ਵੀ ਸਕਦੀ ਸੀ। ਦੂਜੇ ਪਾਸੇ ਪਿਓ ਪੁੱਤਰ ਦੀ ਮਹਿਫਿਲ ਵਿੱਚ ਬੜੀਆਂ ਸੁਲ੍ਹਾ ਸਫਾਈ ਦੀਆਂ ਗੱਲਾਂ ਹੋ ਰਹੀਆਂ ਸਨ। ਬੱਸ ਦਾ ਕੰਡਕਟਰ ਤਾਂ ਮੈਨੂੰ ਮਾਲਵੇ ਵਾਲੇ ਲਾਉਂਦੇ ਆ, ਨੇ ਕਹਿ ਰਿਹਾ ਸੀ। ਫਿਰ ਤੂੰ ਗੱਲ ਕਰਦਾ, ਬੂੜ ਸਿੰਘ ਨੇ ਹੰਗਾਰਾ ਭਰਿਆ। ਮੇਰੀ ਮਰਜ਼ੀ ਚੱਕਰ ਲੱਗਣ ਦੀ ਹੈ। ਉਹਨਾਂ ਦੀਆਂ ਸਾਂਝੀਆਂ ਗੱਲਾਂ ਸੁਣ ਕੇ ਬੇਜੀ ਦੇ ਰੂਪ ਦਾ ਹਾਸਾ ਨਿਕਲ ਜਾਂਦਾ ਸੀ। ਰਾਤ ਬੜੇ ਸੁੱਖ ਆਰਾਮ ਨਾਲ ਬੀਤ ਗਈ। ਸਵੇਰੇ ਤਾਰੇ ਨੇ ਰੂਪ ਨੂੰ ਪਿੰਡ ਚੱਲਣ ਲਈ ਕਿਹਾ। ਰੂਪ ਨੇ ਛੇਤੀ ਆਉਣ ਦਾ ਉਸ ਨਾਲ ਵਾਅਦਾ ਕਰ ਲਿਆ। ਤਾਰਾ ਬੱਚਿਆਂ ਨੂੰ ਪਿਆਰ ਦਿੰਦਾ ਚਲਿਆ ਗਿਆ। ਸ਼ਾਮੀ ਸਤਵੰਤ ਦੀ ਚਿੱਠੀ ਮਿਲੀ। ਉਸ ਆਪਣਾ ਹਾਲ ਬੜੇ ਦੁਖਤ ਸ਼ਬਦਾਂ ਵਿੱਚ ਲਿਖਿਆ ਸੀ। ਆਖਰੀ ਲਾਈਨਾਂ ਰੂਪ ਨੇ ਦੁਬਾਰਾ ਪੜ੍ਹੀਆਂ। ਭੈਣ, ਤੇਰੇ ਮਿਲਣ ਨੂੰ ਤਰਸ ਗਈਆਂ, ਪਰ ਇਉਂ ਜਾਪਦਾ ਏ ਇਸ ਘਰੋਂ ਅਰਥੀ ਨਿਕਲੇਗੀ ਇੱਕ ਦਿਨ। ਸੋਚਦੀ ਹਾਂ, ਰੱਬ ਔਰਤ ਕਿਉਂ ਪੈਦਾ ਕਰਦਾ ਹੈ? ਜਿਹਦਾ ਪੈਦਾ ਕਰਨ ਦੀ ਗਲਤੀ ਕਰ ਬੈਠਦਾ ਹੈ, ਤਦ ਉਸ ਨੂੰ ਮਰਦ ਕਸਾਈ ਦੇ ਹਵਾਲੇ ਕਿਉਂ ਕਰਦਾ ਹੈ? ਇਹ ਕਸਾਈ ਵੱਢ ਲਵੇ, ਵੇਚ ਲਵੇ, ਇੱਕ ਦੁੱਖ ਨਹੀਂ। ਹਰ ਸੱਜਰੇ ਦਿਨ ਘੁੱਟ-ਘੁੱਟ ਕਰਕੇ ਲਹੂ ਪੀਂਦਾ ਹੈ, ਜਿਹੜਾ ਅੱਗੋਂ ਪੈਦਾ ਹੋਣਾ ਬੰਦ ਹੋ ਚੁੱਕਦਾ ਹੈ। ਮੈਨੂੰ ਕੋਈ ਆਸ ਨਹੀਂ ਜਿਉਂਦੀ ਤੇਰਾ ਮੂੰਹ ਵੇਖ ਸਕਾਂਗੀ। ਰੂਪ ਦੀਆਂ ਤ੍ਰਿਪ ਅੱਖਾਂ ਚੋਂ ਪਈਆਂ। ਉਸ ਨਾਲ ਦੁੱਖ ਵੀ ਸਾਂਝਾ ਨਹੀਂ ਕਰ ਸਕਦੀ ਸੀ। ਉਹ ਕਈ ਦਿਨ ਉਦਾਸ ਪਈ ਰਹੀ। ਉਹ ਸਤਵੰਤ ਨੂੰ ਸਹੁਰੀ ਜਾ ਕੇ ਮਿਲਣ ਦੀ ਹਿੰਮਤ ਵੀ ਨਹੀਂ ਰੱਖਦੀ ਸੀ। ਦਿਨ ਹੋਰ ਬੀਤ ਗਏ। ਇੱਕ ਦੁਪਹਿਰ ਅਚਾਨਕ ਕੇਸਰ ਵਿਹੜੇ 'ਚ ਖਲੋਤਾ ਸੀ। ਉਸ ਨੂੰ ਜਾਪਿਆ ਜਿਵੇਂ ਘਰ ਕੋਈ ਨਹੀਂ। ਉਸ ਅੱਡੇ ਤੋਂ ਲਿਆਂਦੇ ਮਜ਼ਦੂਰ ਸਿਰੋਂ ਸਮਾਨ ਲਹਾ ਕੇ ਬੈਠਕ ਵਿੱਚ ਰਖਵਾ ਲਿਆ ਤੇ ਉਸ ਨੂੰ ਮਜ਼ਦੂਰੀ ਦੇ ਕੇ ਪਰਤਾ ਦਿੱਤਾ। ਜਦ ਉਸ ਨੂੰ ਯਕੀਨ ਹੋ ਗਿਆ ਘਰ ਕੋਈ ਨਹੀਂ, ਉਸ ਮਲਕੜੇ ਇੱਕ ਚੇਤਨਤਾ ਵਰਤਣੀ ਸ਼ੁਰੂ ਕਰ ਦਿੱਤੀ। ਉਹ ਆਰਾਮ ਕੁਰਸੀ 'ਚ ਪਿਆ ਪੈਰ ਹਿਲਾ ਰਿਹਾ ਸੀ ਤੇ ਆਉਣ ਵਾਲੀ ਪਿਆਰ ਖੁਸ਼ੀ ਨੂੰ ਉਡੀਕ ਵੀ ਰਿਹਾ ਸੀ। ਉਹ ਮੁਸਕਾਨਾਂ ਵਿੱਚ ਸਵਾਦ ਲਮੇਰਾ ਪਾਈ ਧੜਕ ਜਾਂਦੇ ਦਿਲ ਨੂੰ ਰੋਕੀ ਬੈਠਾ ਸੀ। ਚੋਰੀ ਦਾ ਇਹ ਸਮਾਂ ਕਿੰਨਾ ਖੂਬਸੂਰਤ ਹੁੰਦਾ ਹੈ, ਜਿਸ ਵਿੱਚ ਪਿਆਰੇ ਦੇ ਮਿਲਣ ਨੂੰ ਜਾਣ ਕੇ ਲਮਿਆਰ ਲਿਆ ਜਾਂਦਾ ਹੈ। ਇਹ ਪਲ ਮਿਲਣ ਤੋਂ ਕਿਸੇ ਤਰ੍ਹਾਂ ਵੀ ਘੱਟ ਅਹਿਮੀਅਤ ਨਹੀਂ ਰੱਖਦੇ। ਇਹਨਾਂ ਪਲਾਂ ਵਿੱਚ ਪਿਆਰੇ ਦੇ ਆਉਂਦੇ ਪੈਰਾਂ ਦੀ ਆਵਾਜ਼ ਹੁੰਦੀ ਹੈ। ਇਸ ਆਵਾਜ਼ ਵਿੱਚ ਕੋਈ ਪਾਜੇਬ ਸੁਰ ਛਣਕਾਂਦੀ ਹੈ ਤੇ ਫਿਰ ਛਣਕਾਰ ਰੂਹ ਦਾ ਸਰੋਤ ਬਣ ਜਾਂਦੀ ਹੈ। ਇਹਨਾਂ ਪਲਾਂ ਵਿੱਚ ਹੀ ਜਜ਼ਬਿਆਂ ਭਰਿਆ ਰੂਪ ਪਿਆਰ ਦੇ ਸਜਦੇ ਵਿੱਚ ਡਿੱਗ ਪੈਂਦਾ ਹੈ ਤੇ ਇਹੀ ਗੋਰੇ ਸੂਹੇ ਪਲ ਹੁੰਦੇ ਹਨ ਜਿਨ੍ਹਾਂ ਦੀ ਘਟਨਾ ਨੂੰ ਤਾਰੀਖ ਆਪਣੇ ਮਿੱਠੇ ਚੁੰਮਣਾਂ ਨਾਲ ਅਮਰ ਬਣਾਉਂਦੀ ਹੈ। ਕੇਸਰ ਦਾ ਵਿਸਮਾਦ ਟੁੱਟ ਗਿਆ ਜਦ ਉਸ ਬੈਠਕ ਦਾ ਬੂਹਾ ਰੂਪ ਨਾਲ ਭਰਿਆ ਤੱਕਿਆ। ਕੋਈ ਕਿੰਨੀ ਲੰਮੀ ਰੀਝ ਤੇ ਅਤ੍ਰਿਪਤ ਭੁੱਖ ਨਾਲ ਉਸ ਨੂੰ ਦੇਖੀ ਜਾ ਰਿਹਾ ਸੀ। ਕੇਸਰ ਇੱਕਦਮ ਉੱਠ ਕੇ ਖਲੋ ਗਿਆ। ਰੂਪ ਆਪਾ ਨਾ ਰੋਕ ਸਕੀ ਤੇ ਉਸ ਕੇਸਰ ਨੂੰ ਬੇਅਖਤਿਆਰ ਗਲਵੱਕੜੀ ਆ ਪਾਈ। ਫਿਰ ਡੌਲਿਆਂ ਤੋਂ ਫੜ ਕੇ ਥੋੜਾ ਪਿਛਾਂਹ ਹਟ ਗਈ। ਉਹ ਆਪਣੇ ਹੈਰਾਨ ਸੱਚ ਨੂੰ ਠੋਸ ਸੱਚ ਵਿੱਚ ਵੇਖਣਾ ਚਾਹੁੰਦੀ ਸੀ।
ਸ਼ੱਕ, ਵਹਿਮ, ਸੁਪਨੇ ਤੇ ਕਲਪਨਾ ਦਾ ਨਿਸ਼ਾਨ ਤੱਕ ਮਿਟ ਚੁੱਕਾ ਸੀ। ਸਗੋਂ ਪਿਆਰ ਦਾ ਅਨੁਭਵ ਵੀ ਕੇਸਰ ਦੀਆਂ ਤੁਰੀਆਂ ਬਣਿਆ ਪਿਆ ਸੀ। ਉਹ ਮੁੜ ਕੇਸਰ ਨੂੰ ਚੰਬੜ ਗਈ ਤੇ ਉਸਦੇ ਗਰਮ ਸਾਹਾਂ ਨੇ ਕੇਸਰ ਦੀ ਧੌਣ ਦਾ ਲਹੂ ਫਰਕਣ ਲਾ ਦਿੱਤਾ। ਫਿਰ ਉਸ ਪੂਰੇ ਜ਼ੋਰ ਨਾਲ ਕੇਸਰ ਦੀ ਪਿੱਠ ਵਿੱਚ ਮੁੱਕੀ ਮਾਰੀ। ਚੋਰ ਨਾ ਹੋਣ ਤਾਂ ਰੂਪ ਦਾ ਪਿਆਰ ਸਮਾਜਿਕ ਮਜਬੂਰੀ ਨੂੰ ਲਤਾੜ ਕੇ ਕਿੰਨਾ ਅਮੋੜ ਹੋ ਚੁੱਕਾ ਸੀ। ਕੇਸਰ ਦੀਆਂ ਪਿਆਰ ਮੁਸਕਾਨਾਂ 'ਚ ਨਹਾਤੀ ਰੂਪ ਕਿੰਨੀ ਭਰ ਜਵਾਨ ਹੋਈ ਪਈ ਸੀ। ਉਸ ਦਰਵਾਜ਼ੇ 'ਚ ਆ ਕੇ ਆਵਾਜ਼ ਮਾਰੀ, ਬੇਜੀ। ਬੇਜੀ ਅਗਲੇ ਅੰਦਰ ਪੁਰਾਣੇ ਸੰਦੂਕ ਦੀ ਫੋਲਾ ਫਾਲੀ ਕਰੀ ਜਾ ਰਹੀ ਸੀ। ਇੱਕ ਮਿੰਟ ਪਿੱਛੋਂ ਬਾਹਰ ਆ ਕੇ ਉਸ ਪੁੱਛਿਆ, ਕੀ ਏ? ਤੂੰ ਅੰਦਰ ਪਤਾ ਨਹੀਂ ਕੀ ਕਰਦੀ ਰਹੀ ਏ? ਇੱਧਰ ਘਰ ਲੁੱਟਿਆ ਜਾਣ ਲੱਗਾ ਸੀ। ਆ ਬੈਠਕ ਜਾ ਕੇ ਵੇਖ। ਇੱਕ ਪਲ ਸੰਜੀਦਾ ਹੋ ਕੇ ਰੂਪ ਨੇ ਮੂੰਹ ਫੇਰ ਲਿਆ। ਜਦ ਮਾਲਣ ਬੈਠਕ ਅੱਗੇ ਆਈ, ਕੇਸਰ ਨੂੰ ਵੇਖ ਹੈਰਾਨ ਹੋਣ ਪਿੱਛੋਂ ਖੁਸ਼ੀ ਵਿੱਚ ਇੱਕ ਤਰ੍ਹਾਂ ਪਾਗਲ ਹੀ ਹੋ ਗਈ। ਵਾਰੀ ਵੇ ਪੁੱਤਾ, ਤੂੰ ਕਦੋਂ? ਉਸ ਮੋਢਾ ਥਾਪੜਦਿਆਂ ਪਿਆਰ ਦਿੱਤਾ। ਬਸ 10-15 ਮਿੰਟ ਹੀ ਹੋਏ ਨੇ। ਬੱਚੇ ਕਿੱਥੇ ਹਨ ਤੇ ਬਾਪੂ ਜੀ? ਸਮੀਰ ਹੋਰਾਂ ਨੂੰ ਲਿਆਉਂਦੀ ਹਾਂ, ਗੁਆਂਢੀਆਂ ਦੇ ਖੇਡਦੇ ਐ। ਰੂਪ ਕਾਲੀ ਕਾਲੀ ਨਾਲ ਬਾਹਰ ਚਲੀ ਗਈ। ਰਾਜੀ ਤਾਂ ਰਿਹਾ? ਤੇਰੀ ਤਾਰ ਨੇ ਇੱਥੇ ਖੁਸ਼ੀਆਂ ਵਰਤਾ ਛੱਡੀਆਂ। ਮਾਲਣ ਸੁੱਖ ਸਾਂਦ ਪੁੱਛਣ ਲੱਗੀ। ਮਸਾਂ ਫੈਸਲਾ ਕਰਵਾਇਆ ਅਫਸਰਾਂ ਨੂੰ ਖਵਾ ਪਿਆ ਕੇ। ਚੱਲ ਪੁੱਤਾ, ਕਜੀਆ ਮੁੱਕਾ। ਮਾਲਣ ਨੇ ਉੱਠਦਿਆਂ ਆਖਿਆ, ਮੈਂ 2 ਘੁੱਟ ਚਾਹ ਬਣਾਵਾਂ। ਉੱਠ ਕੇ ਅੰਦਰ ਚਲੀ ਗਈ। 2 ਮਿੰਟਾਂ ਪਿੱਛੋਂ ਹੀ ਰੂਪ ਗੁਰਮੀਤ ਤੇ ਸੁਮੇਰ ਨੂੰ ਫੜੀ ਅੰਦਰ ਆਈ। ਗੁਰਮੀਤ ਦੇ ਪਿਤਾ ਨੂੰ ਦੇਖਦਿਆਂ ਹੀ ਜੱਫੀ ਪਾ ਲਈ। ਉਹ ਹਾਲੇ ਕਾਫੀ ਸਾਫ਼ ਸੁਥਰੀ ਸੀ, ਪਰ ਸੁਮੇਰ ਦਾ ਭੂਤ ਮੋਲਾ ਬਣਿਆ ਪਿਆ ਸੀ। ਇਹਦੀ ਕੀ ਸ਼ਕਲ ਬਣਾਈ ਏ? ਕੇਸਰ ਨੇ ਫੌਜੀਆਂ ਵਾਲੀ ਪੁੱਛ ਕੀਤੀ। ਕੱਪੜੇ ਨਿੱਤ ਧੋ ਕੇ ਪਾਈਦੇ ਐ, ਬਸ ਗੁਆਂਢੀ ਨਿਆਣਿਆਂ ਨਾਲ ਮਿੱਟੀ 'ਚ ਖੇਡਣੋਂ ਨਹੀਂ ਹਟਦਾ। ਰੂਪ ਨੇ ਸਮੇਰ ਦੀਆਂ ਬਾਵਰੀਆਂ ਝਾੜੀਆਂ। ਪਿੰਡਾਂ 'ਚ ਨਿਆਣਿਆਂ ਨੂੰ ਕਿੰਨਾ ਸਾਂਭ ਲਵੋ, ਹਾਣੀਆਂ ਨਾਲ ਮਿਲ ਕੇ ਉਹੋ ਜਿਹੇ ਹੀ ਹੋ ਜਾਂਦੇ ਐ। ਗੁਰਮੀਤ ਬਈ, ਤੂੰ ਤਾਂ ਬੜੀ ਸਿਆਣੀ ਏ, ਕੇਸਰ ਨੇ ਕੁੜੀ ਨੂੰ ਪਿਆਰ ਕਰਦਿਆਂ ਆਖਿਆ। ਸਮੇਰ ਤਾਂ ਗੋਲਾ ਏ। ਸਮੇਰ ਸੰਗ ਵੀ ਰਿਹਾ ਸੀ ਤੇ ਰੂਪ ਨਾਲ ਪੈਰੋ ਪੈਰ ਅੱਗੇ ਵੀ ਵੱਧਦਾ ਆ ਰਿਹਾ ਸੀ। ਰੂਪ ਨੇ ਸਮੇਰ ਨੂੰ ਧੱਕਦਿਆਂ ਆਖਿਆ, ਹੋਰ ਬਾਪੂ ਜੀ, ਆਖ ਜੱਟਾਂ ਦੇ ਮੁੰਡੇ ਕਿਹੋ ਜਿਹੇ ਹੁੰਦੇ ਐ? ਤੇ ਸਮੇਰ ਭੱਜ ਕੇ ਮੱਲੋ ਮੱਲੀ ਚੰਬੜ ਗਿਆ। ਰੂਪ ਅਤੇ ਉਸਦੇ ਬੱਚਿਆਂ ਨੂੰ ਸਵਰਗੀ ਖੁਸ਼ੀਆਂ ਨੇ ਇੱਕ ਵਾਰ ਫਿਰ ਪਰਵਾਰ ਲਿਆ। ਇਉਂ ਜਾਪਦਾ ਸੀ ਜਿਵੇਂ ਹਰ ਸਮਾਜਿਕ ਵਧੀਕੀ ਨੇ ਇਸ ਖੂਬਸੂਰਤ ਜੋੜੇ ਅੱਗੇ ਧੌਣ ਸੁੱਟ ਦਿੱਤੀ ਹੋਵੇ। ਇਹ ਪੂਰਾ ਮਹੀਨਾ ਉਹਨਾਂ ਸ਼ੇਰਿਆਂ ਨੇ ਗੁਜ਼ਾਰਿਆ। ਘਰ ਅਜੇ ਵਾਂਗ ਵੀ ਚੱਲ ਰਿਹਾ ਸੀ। ਉਹਨਾਂ ਦਾ ਘਰ ਵਿੱਚ ਵਕਾਰ ਜੇ ਵਧਿਆ ਨਹੀਂ ਸੀ ਤਾਂ ਘਟਿਆ ਵੀ ਨਹੀਂ ਸੀ। ਇਹਨਾਂ ਦਿਨਾਂ 'ਚ ਤਕਰੀਬਨ ਸਰੋਂ ਅਤੇ ਛੋਲੇ ਕੱਟੇ ਜਾ ਰਹੇ ਸਨ। ਰੂਪ ਦੇ ਚੁਬਾਰਿਓਂ ਬਾਹਰ ਖੇਤਾਂ ਵਿੱਚ ਕੰਮ ਕਰਦੇ ਤੇ ਰੋਟੀ ਸਮੇਂ ਜੱਲੀਆਂ ਪਾਉਂਦੇ ਕਿਸਾਨ ਦਿਸਦੇ ਸਨ। ਰੂਪ ਤੇਜੋ ਨਾਲ 2 ਵਾਰ ਬਾਹਰ ਰੋਟੀ ਲੈ ਕੇ ਜਾ ਆਈ ਸੀ। ਕੰਮ ਦੀ ਲੋੜ ਵੱਧ ਜਾਣ ਕਾਰਨ ਤਾਰਾ ਤੇ ਕੇਸਰ ਚਾਰੇ ਦਾ ਗੱਡਾ ਵੱਢ ਕੇ ਲਿਆਇਆ ਕਰਦੇ ਸਨ। ਹਾੜੀ ਵੱਢਣ ਦੇ ਦੋਵੇਂ ਫਿੱਟ ਨਹੀਂ ਸਨ। ਕੇਸਰ ਅਤੇ ਤਾਰੇ ਨੂੰ ਬਾਹਰ ਰੋਟੀ ਖਵਾਉਂਦਿਆਂ ਰੂਪ ਨੂੰ ਅਨੋਖਾ ਹੀ ਸਵਾਦ ਆਇਆ ਸੀ। ਉਹ ਸੋਚ ਰਹੀ ਸੀ, ਖੇਤਾਂ ਦੀ ਜ਼ਿੰਦਗੀ ਕਰੜੀ ਤਪੱਸਿਆ ਜ਼ਰੂਰ ਹੈ, ਪਰ ਇੰਨੀ ਸਾਂਝੀ ਤੇ ਮਿਲਵੀ ਜ਼ਿੰਦਗੀ ਪੰਜਾਬ ਵਿੱਚ ਕਿਧਰੇ ਵੀ ਨਹੀਂ ਹੋ ਸਕਦੀ। ਜੇ ਕੇਸਰ ਵਾਹੀ ਸ਼ੁਰੂ ਕਰ ਦੇਵੇ। ਇੱਕ ਵਾਰ ਹੀ ਉਸਦਾ ਸੁਪਨਾ ਰੰਗੀਨ ਹੋ ਗਿਆ। ਪਰ ਇਉਂ ਸੀ, ਇੱਕ ਜੱਟੀ ਤੇ ਜੱਟ ਤੋਂ ਵੱਧ ਕੀ ਹੋਵਾਂਗੇ? ਤੇ ਇਸ ਤਰ੍ਹਾਂ ਹੀ ਸਾਡੇ ਬੱਚੇ ਤੇ ਫਿਰ ਉਹਨਾਂ ਦੇ ਬੱਚੇ। ਕੰਮ ਕੋਈ ਵੀ ਮਾੜਾ ਨਹੀਂ, ਪਰ ਜਿਸ ਕੰਮ ਵਿੱਚ ਆਰਥਿਕ ਪੁਸ਼ਟੀ ਨਾਲ ਜ਼ਿੰਦਗੀ ਮਾਣਨ ਦੀ ਵਿਹਲ ਨਹੀਂ, ਉਸ ਕੰਮ ਵਰਗਾ ਹੋਰ ਨਰਕ ਵੀ ਕੀ ਹੋ ਸਕਦਾ ਹੈ? ਵਿਰੋਧੀ ਵਿਚਾਰ ਮੁੜ ਉੱਠ ਖੜੋਤੇ। ਜਦ ਥੱਕੇ ਅੰਗਾਂ ਨੂੰ ਸਹਿਲਾਉਂਦੇ ਹਨ, ਕਿਸੇ ਭਗਵਾਨ ਦਾ ਸਵਰਗ ਅਰਸ਼ਾਂ ਤੋਂ ਖੇਤਾਂ ਤੇ ਢਾਰਿਆਂ ਵਿੱਚ ਉਤਰ ਆਉਂਦਾ ਹੈ। ਬਿਲਕੁਲ ਠੀਕ। ਪਰ ਇਹਨਾਂ ਵਰਗੀ ਜਹਾਲਤ ਤੇ ਇਖਲਾਕੀ ਗਿਰਾਵਟ ਦਾ ਦੋਜ਼ਖ ਵੀ ਕਿਸੇ ਹੋਰ ਦੇਖਣ ਨੂੰ ਨਹੀਂ ਮਿਲਦਾ।
ਇਹ ਸਮਾਜ ਵਿੱਚ ਕੋਈ ਪਾਪੀ ਹੋਏ ਬਿਨਾਂ ਨਹੀਂ ਰਹਿ ਸਕਦਾ। ਸਾਨੂੰ ਨਾ ਸਹੀ ਘੱਟ ਤੋਂ ਘੱਟ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਦਾ ਸੱਚਾ ਸੁੱਚਾ ਜਹਾਨ ਜ਼ਰੂਰ ਚਾਹੀਦਾ ਹੈ, ਜਿਸ ਵਿੱਚ ਕੋਈ ਸਮਾਜੀ ਜ਼ਬਰ ਨਾ ਹੋਵੇ, ਪਾਪ ਨਾ ਹੋਵੇ। ਸਚਦੇਵ ਦੀਆਂ ਗੱਲਾਂ 90% ਸੱਚੀਆਂ ਸਨ। ਮੈਂ ਜ਼ਰੂਰ ਪੜ੍ਹਾਂਗੀ ਤੇ ਮਾਸਟਰ ਦੇ ਆਖਣ ਮੁਤਾਬਕ ਸਾਨੂੰ ਇੱਕ ਦੂਜੇ ਦੇ ਕੰਮ ਆ ਕੇ ਲੋਕ ਹਿੱਤਾਂ ਦੇ ਲਾਭਾਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਵਿਚਾਰ ਆਥਣ ਸਵੇਰ ਰੂਪ ਦੇ ਦਿਮਾਗ ਵਿੱਚ ਹਮੇਸ਼ਾ ਘੁੰਮਦੇ ਰਹਿੰਦੇ ਸਨ। ਕੇਸ ਜਿੱਤੇ ਜਾਣ ਪਿੱਛੋਂ ਉਸ ਦਾ ਹੋਰ ਵੀ ਹੌਸਲਾ ਵੱਧ ਗਿਆ ਸੀ। ਜਦ ਕੇਸਰ ਦੀ ਛੁੱਟੀ ਮੁੱਕਣ ਤੇ ਆਈ, ਉਸ ਰੂਪ ਨੂੰ ਹਲੋੜਿਆ। ਹੁਣ ਬੜੀ ਬੇਸਿਕ ਦੀ ਕੀ ਲੋੜ ਹੈ, ਤੂੰ ਤੁਰਨ ਵਾਲੀ ਗੱਲ ਕਰ। ਅੱਗੇ ਗਰਮੀ ਆ ਰਹੀ ਹੈ, ਬੱਚੇ ਪਹਾੜ ਤੇ ਮौज ਕਰਨਗੇ। ਲਓ ਜੀ, ਫਿਰ ਉਹ 300-400 ਕਾਹਨੂੰ ਖਰਚਾ ਕਰਨਾ ਸੀ? ਰੂਪ ਦੀ ਢਾਲ ਕਮਜ਼ੋਰ ਸੀ। ਇਹ 300-400 ਖਰਚੇ ਕਰਨ ਲਈ ਵੀ ਮੈਂ ਤਿਆਰ ਨਹੀਂ ਸੀ। ਇਹਦੇ ਚੰਗੇ ਮਾੜੇ ਦੀ ਮੈਂ ਜ਼ਿੰਮੇਦਾਰ ਹਾਂ, ਪਰ ਦਰਿਆ ਦੇ ਅੱਧ ਚੋਂ ਪਿਛਾਂਹ ਮੁੜਨ ਨਾਲੋਂ ਪਾਰ ਜਾਣਾ 100 ਦਰਜੇ ਚੰਗਾ ਹੈ। ਰੂਪ ਨੇ ਇੱਕ ਚੰਗਾ ਮੋੜ ਲੱਭ ਲਿਆ। ਮੈਂ ਰੋਟੀ ਵੱਲੋਂ ਔਖਾ ਹਾਂ ਤੇ ਗੁਰਮੀਤ ਨੂੰ ਉੱਥੇ ਪੜ੍ਹਨ ਲਾਵਾਂਗੇ। ਗੁਰਮੀਤ ਹਾਲੇ 1 ਸਾਲ ਦਾਖਲ ਨਹੀਂ ਹੋ ਸਕਦੀ। ਤੁਸੀਂ 1 ਸਾਲ ਰੋਟੀ ਵੱਲੋਂ ਹੋਰ ਤੰਗੀ ਕੱਟ ਲਵੋ। ਪੈਸੇ ਲੱਗੇ ਤਾਂ ਸਕਾਰਤ ਹੋ ਜਾਣਗੇ। ਰੂਪ ਆਪਣੀ ਕਾਰਜ ਸਿੱਧੀ ਲਈ ਕੇਸਰ ਨੂੰ ਵਲਣਾ ਚਾਹੁੰਦੀ ਸੀ। ਬੇਸ਼ੱਕ ਕਰਕੇ ਤੂੰ ਕਿਤੇ ਮਾਸਟਰ ਨਹੀਂ ਲੱਗੇਗੀ ਤੇ ਜੁਦਾਈਆਂ ਉਮਰ ਭਰ ਦੀਆਂ ਹੋ ਜਾਣਗੀਆਂ। ਕੇਸਰ ਨੇ ਆਪਣਾ ਡਰ ਪ੍ਰਗਟ ਕੀਤਾ। ਹਾਲੇ ਤਾਂ ਇਹ ਵੀ ਨਹੀਂ ਪਤਾ ਤੂੰ ਪਾਸ ਹੋਵੇਂਗੀ ਜਾਂ ਨਹੀਂ। ਕੇਸਰ ਦੀਆਂ ਵਜ਼ਨਦਾਰ ਦਲੀਲਾਂ ਅੱਗੇ ਰੂਪ ਹੌਲੀ ਪੈ ਗਈ। ਪੈਸੇ ਦੀ ਔਖ ਨਿਕਲ ਚੁੱਕੀ ਸੀ ਤੇ ਕੇਸਰ ਪਿਛਲੀ ਤੰਗੀ ਭੁੱਲ ਕੇ ਛੇਤੀ ਹੀ ਇੱਕ ਮਾਮੂਲੀ ਜੱਟਾਂ ਤੋਂ ਸਰਦਾਰ ਹੋਇਆ ਸਮਝ ਰਿਹਾ ਸੀ। ਰੂਪ ਨੇ ਸਮਝੌਤੇ ਦੀ ਰਾਹ ਤੱਕਦਿਆਂ ਆਖਿਆ, ਜੇਕਰ ਮੈਂ ਪਾਸ ਹੋ ਗਈ, ਮੈਨੂੰ ਬੇਸਿਕ ਕਰ ਲੈਣ ਦਿੱਤੀ, ਇਸ ਗੱਲ ਦਾ ਮੈਨੂੰ ਭਰੋਸਾ ਹੈ ਬੱਚਿਆਂ ਨੂੰ ਜਿੰਨਾ ਇੱਕ ਮਾਸਟਰਨੀ ਮਾਂ ਸਿਖਾ ਸਕਦੀ ਹੈ, ਸ਼ਾਇਦ ਉਹਨਾਂ ਕੋਈ ਮਹਿੰਗਾ ਕਾਲਜ ਵੀ ਨਹੀਂ ਸਿਖਾ ਸਕਦਾ। ਮੇਰੀ ਤਾਂ ਖਾਹਿਸ਼ ਹੈ ਮੇਰੇ ਮਾਸਟਰਨੀ ਲੱਗ ਜਾਣ ਪਿੱਛੋਂ ਤੁਸੀਂ ਵੀ ਨੌਕਰੀ ਛੱਡ ਕੇ ਬੀਟੀ ਕਰ ਲਵੋ। ਰੂਪ ਨੇ ਜ਼ਿੰਦਗੀ ਦੀ ਰਾਹ ਸੋਚ ਰੱਖੀ ਸੀ। ਜੇ ਫੇਲ ਹੋ ਗਈ, ਮੈਂ ਅਗਲੇ ਮਹੀਨੇ ਹੀ ਬੱਚੇ ਲੈ ਕੇ ਤੁਹਾਡੇ ਕੋਲ ਆ ਜਾਵਾਂਗੀ। ਘੱਟ ਤੋਂ ਘੱਟ ਮੇਰੀ ਇੰਨੂ ਕੁ ਮਿਹਨਤ ਜ਼ਰੂਰ ਮੰਨ ਲਈ ਜਾਵੇ। ਢੇਰ ਦਲੀਲਬਾਜ਼ੀ ਪਿੱਛੋਂ ਕੇਸਰ ਰੂਪ ਦੀ ਮਿਹਨਤ ਅੱਗੇ ਨਰਮ ਪੈ ਗਿਆ, ਜਿਵੇਂ ਅੱਗੇ ਪੈ ਹੀ ਜਾਇਆ ਕਰਦਾ ਸੀ। 600 ਰੁਪਏ ਦੇ ਲਗਭਗ ਹੋਰ ਰਕਮ ਉਸ ਰੂਪ ਕੋਲ ਛੱਡ ਕੇ ਧਰਮਸ਼ਾਲਾ ਨੂੰ ਚਲਿਆ ਗਿਆ। ਰੂਪ ਹੁਣ ਕੀ ਕਰੇਗੀ, ਇਹ ਉਸ ਦੇ ਨਤੀਜੇ ਦੇ ਵੱਸ ਸੀ। ਨਤੀਜੇ ਦੀ ਉਡੀਕ ਵਿੱਚ ਉਸ ਦੀ ਰੱਤ ਸੁੱਕਣ ਲੱਗੀ, ਜਿਹੜਾ ਆਥਣ ਸਵੇਰ ਹੀ ਨਿਕਲਣ ਵਾਲਾ ਸੀ। ਇਸ ਕਾਂਡ ਵਿੱਚ ਆਇਆ ਧਰਮਸ਼ਾਲਾ ਸ਼ਬਦ ਧਰਮਸ਼ਾਲਾ ਸ਼ਹਿਰ ਦੇ ਨਾਂ ਨੂੰ ਸੰਕੇਤ ਕਰਦਾ ਹੈ। ਸੋ ਇਹ ਸੀ ਨਾਵਲ ਰੂਪਧਾਰਾ ਦਾ 7ਵਾਂ ਭਾਗ। ਇਸ ਤੋਂ ਬਾਅਦ ਆਪਾਂ ਕਰਾਂਗੇ 8ਵਾਂ ਭਾਗ। ਤਦ ਤੱਕ ਲਈ ਦਿਓ ਇਜਾਜ਼ਤ। ਰੱਬ ਰੱਖਾ।